ਅੱਜ ਮੇਰੀ ਵੱਡੀ ਭੈਣ ਦਾ ਵਿਆਹ ਸੀ। ਵਿਆਹ ਦੀ ਸਾਰੀ ਤਿਆਰੀ ਹੋ ਚੁੱਕੀ ਸੀ। ਬਰਾਤ ਵੀ ਆ ਗਈ ਸੀ। ਬੜੇ ਚਾਵਾਂ ਨਾਲ ਮਿਲਣੀਆਂ ਹੋਈਆਂ ਅਤੇ ਬਰਾਤ ਚਾਹ ਪੀਣ ਲੱਗ ਗਈ। ਚਾਹ ਪੀਣ ਤੋਂ ਬਾਅਦ ਲਾਵਾਂ ਲਈ ਜਦੋਂ ਮੈਂ ਆਪਣੀ ਭੈਣ ਨੂੰ ਬੁਲਾਉਣ ਉਸਦੇ ਕਮਰੇ ਵਿੱਚ ਆਈ ਤਾਂ ਮੇਰੀ ਭੈਣ ਆਪਣੇ ਕਮਰੇ ਵਿੱਚ ਨਹੀਂ ਸੀ। ਮੈਂ ਬਹੁਤ ਘਬਰਾ ਗਈ ਅਤੇ ਮੰਮੀ ਨੂੰ ਬੁਲਾ ਕੇ ਲੈ ਕੇ ਗਈ। ਮੰਮੀ ਨੇ ਦੀਦੀ ਨੂੰ ਸਾਰੇ ਘਰ ਵਿੱਚ ਲੱਭਿਆ ਪਰ ਉਹ ਸਾਨੂੰ ਕਿਤੇ ਵੀ ਨਹੀਂ ਮਿਲ ਰਹੀ ਸੀ। ਬਰਾਤ ਨੇ ਚਾਹ ਪਾਣੀ ਪੀ ਲਿਆ ਸੀ ਅਤੇ ਲਾਵਾਂ ਲਈ ਦੇਰ ਹੋ ਰਹੀ ਸੀ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰ ਦੀਦੀ ਬਿਨਾਂ ਦੱਸੇ ਕਿੱਧਰ ਚਲੀ ਗਈ। ਬਹੁਤ ਲੱਭਣ ਤੋਂ ਬਾਅਦ ਵੀ ਦੀਦੀ ਨਹੀਂ ਮਿਲੀ। ਬਰਾਤ ਵਾਪਸ ਚਲੀ ਗਈ। ਡੈਡੀ ਨੇ ਗੁੱਸੇ ਵਿੱਚ ਦੀਦੀ ਦੇ ਸਾਰੇ ਸਮਾਨ ਨੂੰ ਉੱਪਰਲੇ ਕਮਰੇ ਵਿੱਚ ਰੱਖ ਕੇ ਜਿੰਦਰਾ ਲਾ ਦਿੱਤਾ। ਮੈਨੂੰ ਤੇ ਮੰਮੀ ਨੂੰ ਉਸ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਪਾਪਾ ਬਹੁਤ ਵਾਰ ਉਸ ਕਮਰੇ ਵਿੱਚ ਚੋਰੀ ਜਾਂਦੇ ਸਨ। ਜਦੋਂ ਬਾਹਰ ਜਾਣ ਵੇਲੇ ਪਾਪਾ ਉਸ ਕਮਰੇ ਨੂੰ ਲੌਕ ਕਰਕੇ ਜਾਂਦੇ। ਇੱਕ ਦਿਨ ਮੈਂ ਤੇ ਮੰਮੀ ਉਸ ਕਮਰੇ ਵਿੱਚ ਪਾਪਾ ਦੇ ਪਿੱਛੇ ਚਲੀਆਂ ਗਈਆਂ। ਜਦੋਂ ਅਸੀਂ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਸਾਡੇ ਹੋਸ਼ ਉੱਡ ਗਏ। ਮੇਰਾ ਨਾਮ ਪ੍ਰਿਆ ਹੈ। ਅਸੀਂ ਦੋ ਭੈਣਾਂ ਹਾਂ। ਮੇਰੇ ਪਾਪਾ ਪੁਲਿਸ ਵਿੱਚ ਨੌਕਰੀ ਕਰਦੇ ਹਨ ਪਰ ਉਹ ਬਹੁਤ ਚੱਕੀ ਅਤੇ ਰੁੱਖੇ ਸੁਭਾਅ ਦੇ ਇਨਸਾਨ ਹਨ। ਉਹ ਸਾਨੂੰ ਦੋਵਾਂ ਭੈਣਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ। ਉਹ ਮੇਰੀ ਮੰਮੀ ਨੂੰ ਸਖਤ ਹਦਾਇਤ ਕਰਦੇ ਰਹਿੰਦੇ ਹਨ ਕਿ ਕੁੜੀਆਂ ਨੂੰ ਸਕੂਲ ਤੋਂ ਬਾਅਦ ਕਦੇ ਵੀ ਘਰੋਂ ਬਾਹਰ ਨਹੀਂ ਜਾਣ ਦੇਣਾ ਅਤੇ ਨਾ ਹੀ ਸਹੇਲੀਆਂ ਦੇ ਨਾਲ ਜ਼ਿਆਦਾ ਗੱਲਬਾਤ ਕਰਨ ਦੇਣੀ। ਅਸੀਂ ਦੋਨੋਂ ਭੈਣਾਂ ਬਹੁਤ ਹੈਰਾਨ ਹੁੰਦੀਆਂ ਕਿ ਪਾਪਾ ਆਖਰ ਅਜਿਹਾ ਕਿਉਂ ਕਰਦੇ ਨੇ। ਘਰ ਵਿੱਚ ਕੁੜੀਆਂ ਕਿੱਦਾਂ ਰਹਿੰਦੀਆਂ ਹਨ, ਇਸ ਦਾ ਸਲੀਕਾ ਸਾਨੂੰ ਪਾਪਾ ਮੰਮੀ ਦੇ ਰਾਹੀਂ ਸਮਝਾਉਂਦੇ ਰਹਿੰਦੇ। ਉਹ ਮੰਮੀ ਨੂੰ ਸਖਤ ਤਾੜਨਾ ਕਰਦੇ ਕਿ ਕੁੜੀਆਂ ਨੂੰ ਰੋਕ ਟੋਕ ਕਰਕੇ ਰੱਖਣਾ ਚੰਗਾ ਹੁੰਦਾ ਹੈ। ਅਸੀਂ ਘਰ ਵਿੱਚ ਉਨਾ ਟਾਈਮ ਵਧੀਆ ਮਹਿਸੂਸ ਕਰਦੀਆਂ ਜਦੋਂ ਪਾਪਾ ਡਿਊਟੀ 'ਤੇ ਹੁੰਦੇ ਪਰ ਜਦੋਂ ਉਹ ਘਰ ਆ ਜਾਂਦੇ ਤਾਂ ਘਰ ਵਿੱਚ ਸੁੰਨ ਪਰਸ ਜਾਂਦੀ। ਘਰ ਆਉਣ ਸਾਰ ਉਹ ਸਾਡੇ ਦੋਵਾਂ ਭੈਣਾਂ ਦੇ ਰੂਮ ਵਿੱਚ ਆਉਂਦੇ ਅਤੇ ਸਾਡੀ ਪੜ੍ਹਾਈ ਅਤੇ ਸਕੂਲ ਦੇ ਸਮੇਂ ਬਾਰੇ ਪੁੱਛਦੇ ਅਤੇ ਫਿਰ ਸਾਨੂੰ ਕਹਿੰਦੇ ਕਿ ਤੁਸੀਂ ਜ਼ਿਆਦਾ ਸਮਾਂ ਟੀਵੀ 'ਤੇ ਤਾਂ ਨਹੀਂ ਖਰਾਬ ਕਰਦੀਆਂ। ਅਸੀਂ ਡਰਦੀਆਂ ਨਾ ਵਿੱਚ ਸਿਰ ਹਿਲਾਉਂਦੀਆਂ ਅਤੇ ਪਾਪਾ ਸਾਹਮਣੇ ਅੱਖ ਨਾ ਚੁੱਕਦੀਆਂ। ਮੇਰੀ ਵੱਡੀ ਭੈਣ BA ਕਰ ਚੁੱਕੀ ਸੀ। ਇੱਕ ਦਿਨ ਪਾਪਾ ਬਾਹਰੋਂ ਆਏ ਅਤੇ ਮੰਮੀ ਨੂੰ ਕਿਹਾ ਕਿ ਕੁੜੀਆਂ ਨੂੰ ਮੇਰੇ ਕੋਲ ਬੁਲਾ। ਮੇਰੀ ਮੰਮੀ ਨੇ ਸਾਨੂੰ ਕਿਹਾ ਕਿ ਤੁਹਾਡੇ ਪਾਪਾ ਤੁਹਾਨੂੰ ਡਰਾਇੰਗ ਰੂਮ ਵਿੱਚ ਬੁਲਾ ਰਹੇ ਹਨ। ਅਸੀਂ ਡਰ ਗਈਆਂ ਤੇ ਪਤਾ ਨਹੀਂ ਸਾਡੇ ਤੋਂ ਕੀ ਗਲਤੀ ਹੋ ਗਈ ਹੈ ਕਿ ਪਾਪਾ ਸਾਨੂੰ ਇੱਦਾਂ ਬੁਲਾ ਰਹੇ ਨੇ। ਅਸੀਂ ਡਰਾਇੰਗ ਰੂਮ ਵਿੱਚ ਜਾ ਕੇ ਚੁੱਪਚਾਪ ਸੋਫੇ ਉੱਤੇ ਬੈਠ ਗਈਆਂ। ਮੇਰੇ ਪਾਪਾ ਨੇ ਕਿਹਾ ਕਿ ਪ੍ਰਿਆ, ਮੈਂ ਤੇਰੀ ਵੱਡੀ ਭੈਣ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਅਤੇ 1 ਮਹੀਨੇ ਬਾਅਦ ਇਸ ਦਾ ਵਿਆਹ ਹੈ। ਤੁਸੀਂ ਵਿਆਹ ਦੀ ਤਿਆਰੀ ਕਰੋ। ਮੈਂ ਤੇ ਦੀਦੀ ਇੱਕ ਦੂਜੇ ਦੇ ਮੂੰਹ ਵੱਲ ਬੜੀ ਹੈਰਾਨੀ ਨਾਲ ਵੇਖਣ ਲੱਗੀਆਂ। ਦੀਦੀ ਨੇ ਕਿਹਾ ਕਿ ਪਾਪਾ, ਅਜੇ ਤਾਂ ਮੈਂ BA ਹੀ ਕੀਤੀ ਹੈ। ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਅਜੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਪਾਪਾ ਨੇ ਕਿਹਾ ਕਿ ਤੂੰ ਪੜ੍ਹਾਈ ਦਾ ਫਿਕਰ ਨਾ ਕਰ। ਤੇਰੇ ਸਹੁਰੇ ਤੇਰੀ ਪੜ੍ਹਾਈ ਜਾਰੀ ਰੱਖਣਗੇ। ਜੇ ਕਿਤੇ ਤੂੰ ਇਹ ਸੋਚਦੀ ਹੈ ਕਿ ਮੈਂ ਤੇਰਾ ਵਿਆਹ ਤੇਰੀ ਕਿਸੇ ਪਸੰਦ ਦੇ ਮੁੰਡੇ ਨਾਲ ਕਰਾਂਗਾ ਤਾਂ ਤੂੰ ਇਹ ਬਿਲਕੁਲ ਭੁੱਲ ਜਾ। ਮੈਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਤੇ ਇਹ ਵਿਆਹ ਹੁਣ ਉੱਥੇ ਹੀ ਹੋਵੇਗਾ ਜਿੱਥੇ ਮੈਂ ਪੱਕਾ ਕਰਕੇ ਆਇਆ ਹਾਂ। ਇਹ ਕਹਿ ਕੇ ਪਾਪਾ ਆਪਣੇ ਕਮਰੇ ਵਿੱਚ ਚਲੇ ਗਏ। ਆਪਣੇ ਕਮਰੇ ਵਿੱਚ ਆਈਆਂ ਤਾਂ ਮੇਰੇ ਗਲ ਲੱਗ ਕੇ ਬਹੁਤ ਰੋਈ ਅਤੇ ਉਸਨੇ ਕਿਹਾ ਕਿ ਪ੍ਰਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈ ਪਰ ਕਦੇ ਵੀ ਕਿਸੇ ਮੁੰਡੇ ਨਾਲ ਵਿਆਹ ਕਰਾਉਣ ਦਾ ਸੋਚਿਆ ਤੱਕ ਨਹੀਂ। ਪਰ ਮੈਂ ਸੱਚਮੁੱਚ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਪੜ੍ਹਨਾ ਚਾਹੁੰਦੀ ਹਾਂ। ਇੰਨੇ ਨੂੰ ਸਾਡੀ ਮਾਂ ਸਾਡੇ ਪਿੱਛੇ ਆ ਗਈ। ਉਸਨੇ ਦੀਦੀ ਨੂੰ ਗਲ ਲਾਉਂਦੇ ਹੋਏ ਕਿਹਾ ਕਿ ਰੋ ਨਾ, ਤੂੰ ਮੈਨੂੰ ਸੱਚ-ਸੱਚ ਦੱਸ, ਤੂੰ ਕਿਸੇ ਮੁੰਡੇ ਨੂੰ ਪਸੰਦ ਤਾਂ ਨਹੀਂ ਕਰਦੀ ਅਤੇ ਉਸ ਨਾਲ ਵਿਆਹ ਤਾਂ ਨਹੀਂ ਕਰਾਉਣਾ ਚਾਹੁੰਦੀ। ਦੀਦੀ ਨੇ ਕਿਹਾ, ਨਹੀਂ ਮੰਮੀ, ਇੱਦਾਂ ਦੀ ਸੱਚਮੁੱਚ ਕੋਈ ਗੱਲ ਨਹੀਂ ਹੈ ਪਰ ਮੈਂ ਅਜੇ ਵੀ ਪੜ੍ਹਨਾ ਚਾਹੁੰਦੀ ਹਾਂ ਅਤੇ ਜੋ ਪੜ੍ਹਾਈ ਮੈਂ ਆਪਣੇ ਘਰ ਰਹਿ ਕੇ ਕਰ ਸਕਦੀ ਹਾਂ ਉਹ ਸਹੁਰੇ ਘਰ ਰਹਿ ਕੇ ਨਹੀਂ ਕਰ ਸਕਦੀ। ਮੰਮੀ ਨੇ ਦੀਦੀ ਨੂੰ ਪਿਆਰ ਕਰਦੇ ਹੋਏ ਕਿਹਾ ਕਿ ਦੇਖ ਪੁੱਤ, ਤੁਹਾਡੇ ਪਾਪਾ ਦਾ ਸੁਭਾਅ ਤੁਹਾਨੂੰ ਪਤਾ ਹੈ। ਤੁਹਾਡੇ ਪਾਪਾ ਕਿਸੇ ਵੀ ਫੈਸਲੇ ਵਿੱਚ ਮੇਰੀ ਗੱਲ ਮੰਨਣ ਤਾਂ ਦੂਰ, ਉਹ ਤਾਂ ਮੇਰੀ ਕਿਸੇ ਗੱਲ ਵਿੱਚ ਰਾਏ ਤੱਕ ਨਹੀਂ ਲੈਂਦੇ। ਮੈਂ ਤਾਂ ਸਾਰੀ ਉਮਰ ਇੱਦਾਂ ਹੀ ਉਹਨਾਂ ਦੇ ਅੱਗੇ ਹਾਂਜੀ ਹਾਂਜੀ ਕਰਕੇ ਹੀ ਕੱਢੀ ਹੈ। ਦੇਖ ਪੁੱਤ, ਤੇਰੇ ਪਾਪਾ ਦਾ ਫੈਸਲਾ ਇਸ ਘਰ ਵਿੱਚ ਹਮੇਸ਼ਾ ਲਾਗੂ ਹੁੰਦਾ ਹੈ। ਅਸੀਂ ਇਸ ਫੈਸਲੇ 'ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ।
ਅਗਲੇ ਹਫ਼ਤੇ ਦੀਦੀ ਨੂੰ ਦੇਖਣ ਰਾਹੁਲ ਅਤੇ ਉਸਦੇ ਦੀਦੀ ਜੀ ਆਏ। ਰਾਹੁਲ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ। ਜਦੋਂ ਪਾਪਾ ਨੇ ਰਾਹੁਲ ਨੂੰ ਉਹਨਾਂ ਦੇ ਮੰਮਾ ਦੇ ਨਾਂ ਆਉਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੰਮਾ ਬਿਮਾਰ ਹਨ। ਉਹਨਾਂ ਨੇ ਕਿਹਾ ਕਿ ਰਾਹੁਲ, ਤੂੰ ਕੱਟਣੀ ਹੈ। ਜੇ ਤੇਰੇ ਕੁੜੀ ਪਸੰਦ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਇਸ ਲਈ ਮੈਂ ਅਤੇ ਦਾਦੀ ਜੀ ਆਏ ਹਾਂ। ਉਹਨਾਂ ਨੇ ਦੀਦੀ ਨੂੰ ਪਸੰਦ ਕਰ ਲਿਆ ਅਤੇ ਦੀਦੀ ਨੂੰ ਵੀ ਰਾਹੁਲ ਪਸੰਦ ਆ ਗਿਆ। ਉਹ ਉਸ ਦਿਨ ਹੀ ਦੀਦੀ ਨੂੰ ਰੋਕਾ ਕਰਕੇ ਚਲੇ ਗਏ ਅਤੇ ਅਗਲੇ ਮਹੀਨੇ ਦਾ ਵਿਆਹ ਦਾ ਦਿਨ ਕਹਿ ਕੇ ਚਲੇ ਗਏ। ਅਸੀਂ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਹੁਣ ਦੀਦੀ ਵੀ ਖੁਸ਼ ਸਨ। ਉਹਨਾਂ ਨੂੰ ਵੀ ਵਿਆਹ 'ਤੇ ਕੋਈ ਇਤਰਾਜ਼ ਨਹੀਂ ਸੀ। ਮੈਂ ਅਤੇ ਦੀਦੀ ਇਕੱਠੀਆਂ ਸ਼ੋਪਿੰਗ ਕਰਨ ਜਾਂਦੀਆਂ। ਰਾਹੁਲ ਸਾਨੂੰ ਘਰੋਂ ਲੈ ਕੇ ਜਾਂਦਾ ਅਤੇ ਘਰ ਛੱਡ ਕੇ ਵੀ ਜਾਂਦਾ। ਦੀਦੀ ਨੇ ਸਾਰੀ ਤਿਆਰੀ ਆਪਣੇ ਹੱਥੀਂ ਕੀਤੀ ਅਤੇ ਸਾਨੂੰ ਕਦੇ ਵੀ ਨਹੀਂ ਲੱਗਿਆ ਸੀ ਕਿ ਦੀਦੀ ਨੂੰ ਇਸ ਰਿਸ਼ਤੇ ਤੋਂ ਇਤਰਾਜ਼ ਹੋਵੇਗਾ। ਰਾਹੁਲ ਅਤੇ ਦੀਦੀ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ। ਉਹ ਸਾਰਾ ਦਿਨ ਇਕੱਠੇ ਸ਼ਾਪਿੰਗ ਕਰਦੇ, ਪਰ ਫਿਰ ਵੀ ਉਹ ਰਾਤ ਭਰ ਫੋਨ 'ਤੇ ਗੱਲਾਂ ਕਰਦੇ ਰਹਿੰਦੇ। ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਤੇ ਵਿਆਹ ਦਾ ਦਿਨ ਵੀ ਆ ਗਿਆ। ਦੀਦੀ ਨੇ ਆਪਣੀ ਮਨਪਸੰਦ ਦਾ ਲਹਿੰਗਾ ਪਾਇਆ। ਪਿੰਕ ਕਲਰ ਦੇ ਲਹਿੰਗੇ ਵਿੱਚ ਦੀਦੀ ਕਿਸੇ ਪਰੀਆਂ ਨਾਲੋਂ ਘੱਟ ਨਹੀਂ ਲੱਗ ਰਹੀ ਸੀ। ਅਸੀਂ ਸਾਰੇ ਬਹੁਤ ਖੁਸ਼ ਸੀ। ਬਰਾਤ ਆ ਗਈ ਤੇ ਮੈਂ ਬਾਹਰ ਰੁਕਾਈ ਵਜੋਂ ਜੀਜਾ ਜੀ ਤੋਂ 2100 ਰੁਪਏ ਦਾ ਸ਼ਗਨ ਲਿਆ। ਇਸ ਰਸਮ ਤੋਂ ਬਾਅਦ ਬਰਾਤ ਚਾਹ ਪੀਣ ਲੱਗ ਗਈ ਅਤੇ ਮੈਂ ਤੇ ਮੰਮੀ ਰਿਸ਼ਤੇਦਾਰਾਂ ਨੂੰ ਮਿਲਣ ਲੱਗ ਗਈਆਂ। ਉਸ ਤੋਂ ਬਾਅਦ ਮੈਂ ਦੀਦੀ ਕੋਲ ਆਈ ਕਿ ਦੀਦੀ ਨੂੰ ਜਾ ਕੇ ਦੱਸਾਂ ਕਿ ਜੀਜਾ ਜੀ ਅੱਜ ਕਿੰਨੇ ਸੋਹਣੇ ਲੱਗ ਰਹੇ ਹਨ। ਜਦੋਂ ਮੈਂ ਕਮਰੇ ਵਿੱਚ ਆਈ ਤਾਂ ਉਹ ਉੱਥੇ ਨਹੀਂ ਸੀ। ਮੈਂ ਸਾਰੇ ਘਰ ਵਿੱਚ ਚੈੱਕ ਕੀਤਾ ਪਰ ਮੈਨੂੰ ਦੀਦੀ ਕਿਤੇ ਨਾ ਮਿਲੀ। ਮੈਂ ਘਬਰਾ ਗਈ। ਮੈਂ ਰਿਸ਼ਤੇਦਾਰਾਂ ਵਿੱਚ ਮਿਲ ਕੇ ਮੰਮੀ ਨੂੰ ਸਾਈਡ 'ਤੇ ਲਿਜਾ ਕੇ ਦੱਸਿਆ ਕਿ ਦੀਦੀ ਆਪਣੇ ਕਮਰੇ ਵਿੱਚ ਨਹੀਂ ਹਨ। ਉਹਨਾਂ ਨੇ ਗੱਲ ਨੂੰ ਅਣਗੌਲਿਆ ਕਰਦਿਆਂ ਕਿਹਾ ਕਿ ਉਹ ਬਾਥਰੂਮ ਵਿੱਚ ਹੋਵੇਗੀ, ਤੂੰ ਚੰਗੀ ਤਰ੍ਹਾਂ ਚੈੱਕ ਕਰ। ਮੈਂ ਕਿਹਾ, ਨਹੀਂ ਮੰਮੀ, ਮੈਂ ਸਾਰੇ ਘਰ ਵਿੱਚ ਪਹਿਲਾਂ ਹੀ ਚੰਗੀ ਤਰ੍ਹਾਂ ਚੈੱਕ ਕਰਕੇ ਆਈ ਹਾਂ। ਦੀਦੀ ਮੈਨੂੰ ਕਿਤੇ ਵੀ ਨਹੀਂ ਮਿਲ ਰਹੀ। ਇਹ ਸੁਣ ਕੇ ਮੰਮੀ ਨੂੰ ਵੀ ਚਿੰਤਾ ਹੋਈ ਅਤੇ ਉਹ ਮੇਰੀ ਬਾਂਹ ਫੜ ਕੇ ਮੇਰੇ ਨਾਲ ਤੁਰ ਪਈ। ਅਸੀਂ ਦੋਵਾਂ ਨੇ ਦੁਬਾਰਾ ਸਾਰਾ ਘਰ ਵੇਖਿਆ ਪਰ ਦੀਦੀ ਘਰ ਵਿੱਚ ਨਹੀਂ ਸੀ। ਸਾਨੂੰ ਦੋਹਾਂ ਨੂੰ ਬਹੁਤ ਘਬਰਾਹਟ ਹੋਈ ਅਤੇ ਸਾਨੂੰ ਪਾਪਾ ਦੇ ਗੁੱਸੇ ਤੋਂ ਵੀ ਡਰ ਲੱਗ ਰਿਹਾ ਸੀ। ਆਖਰ ਦੀਦੀ ਨੇ ਇੱਦਾਂ ਕਿਉਂ ਕੀਤਾ? ਉਹਨਾਂ ਨੂੰ ਰਾਹੁਲ ਨਹੀਂ ਪਸੰਦ ਸੀ ਤਾਂ ਉਹ ਪਹਿਲਾਂ ਦੱਸ ਦਿੰਦੇ। ਬਰਾਤ ਬੂਹੇ 'ਤੇ ਆਈ ਖੜੀ ਸੀ ਅਤੇ ਸਾਡੀ ਬਦਨਾਮੀ ਦਾ ਸਵਾਲ ਪੈਦਾ ਹੋ ਗਿਆ ਸੀ। ਅਸੀਂ ਦੋਵਾਂ ਮਾਵਾਂ ਧੀਆਂ ਨੇ ਡੈਡੀ ਨੂੰ ਇਹ ਦੱਸਣ ਦਾ ਫੈਸਲਾ ਕੀਤਾ। ਮੈਂ ਡੈਡੀ ਨੂੰ ਵੇਖਣ ਬਰਾਤ ਵੱਲ ਗਈ ਤਾਂ ਡੈਡੀ ਮੈਨੂੰ ਇੱਕਦਮ ਘਬਰਾਹਟ ਦੇ ਵਿੱਚ ਆਉਂਦੇ ਹੋਏ ਮਿਲੇ। ਮੈਂ ਡੈਡੀ ਨੂੰ ਕਿਹਾ ਕਿ ਡੈਡੀ, ਕੀ ਗੱਲ, ਤੁਸੀਂ ਘਬਰਾਏ ਹੋਏ ਕਿਉਂ ਹੋ ਅਤੇ ਤੁਸੀਂ ਉੱਪਰ ਕੀ ਕਰਨ ਗਏ ਸੀ? ਮੈਂ ਤੁਹਾਨੂੰ ਸਾਰੇ ਘਰ ਵਿੱਚ ਲੱਭਿਆ ਪਰ ਮੈਨੂੰ ਤੁਸੀਂ ਕਿਤੇ ਨਹੀਂ ਮਿਲੇ। ਡੈਡੀ ਨੇ ਕਿਹਾ ਕਿ ਨਹੀਂ ਪੁੱਤਰ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਚਲੋ ਦੀਦੀ ਨੂੰ ਲੈ ਕੇ ਆਓ, ਲਾਵਾਂ ਦਾ ਸਮਾਂ ਹੋ ਗਿਆ ਹੈ। ਬਰਾਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਪਰ ਮੈਂ ਡਰਦੇ ਹੋਏ ਪਾਪਾ ਨੂੰ ਕਿਹਾ ਕਿ ਪਾਪਾ, ਦੀਦੀ ਘਰ ਨਹੀਂ ਹੈ। ਪਾਪਾ ਨੇ ਗੁੱਸੇ ਵਿੱਚ ਕਿਹਾ, ਇਹ ਕੀ ਕਹਿ ਰਹੀ ਹੈ ਤੂੰ? ਮੈਂ ਕਿਹਾ, ਪਾਪਾ, ਇਹ ਸੱਚ ਹੈ ਕਿ ਅਸੀਂ ਦੀਦੀ ਨੂੰ ਸਾਰੇ ਘਰ ਵਿੱਚ ਲੱਭਿਆ ਪਰ ਉਹ ਘਰ ਵਿੱਚ ਨਹੀਂ ਹੈ। ਇਹ ਸੁਣ ਕੇ ਪਾਪਾ ਦਾ BP ਹਾਈ ਹੋ ਗਿਆ ਅਤੇ ਉਹ ਮੰਮੀ ਉੱਪਰ ਬਹੁਤ ਗੁੱਸੇ ਹੋਏ। ਕਹਿਣ ਲੱਗੇ ਕਿ ਤੂੰ ਸਾਰਾ ਦਿਨ ਘਰ ਵਿੱਚ ਕੀ ਕਰਦੀ ਰਹਿੰਦੀ ਏ? ਮੈਂ ਤੈਨੂੰ ਹਮੇਸ਼ਾ ਆਖਦਾ ਸੀ ਕਿ ਤੂੰ ਕੁੜੀਆਂ ਦਾ ਖਿਆਲ ਰੱਖਿਆ ਕਰ। ਹੋ ਗਈ ਉਹੀ ਗੱਲ, ਤੇਰੀ ਕੁੜੀ ਸਾਡੇ ਸਿਰ ਵਿੱਚ ਖੇਹ ਪਾ ਕੇ ਚਲੀ ਗਈ ਹੈ। ਮੰਮੀ ਕਹਿਣ ਲੱਗੇ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਕੁੜੀ ਨੇ ਆਪਣੇ ਵਿਆਹ ਦੀ ਸਾਰੀ ਤਿਆਰੀ ਆਪਣੇ ਹੱਥੀਂ ਕੀਤੀ ਸੀ ਅਤੇ ਉਹ ਇਸ ਵਿਆਹ ਤੋਂ ਬਹੁਤ ਖੁਸ਼ ਸੀ। ਮੈਨੂੰ ਤਾਂ ਕਦੇ ਵੀ ਨਹੀਂ ਲੱਗਿਆ ਕਿ ਇੱਦਾਂ ਦੀ ਕੋਈ ਗੱਲ ਹੋਵੇਗੀ। ਨਾਲ ਹੀ ਮੰਮੀ ਨੇ ਕਿਹਾ ਕਿ ਜੋ ਗੱਲ ਹੋਣੀ ਸੀ ਉਹ ਹੋ ਗਈ। ਹੁਣ ਇਹ ਦੱਸੋ ਕਿ ਬਰਾਤ ਨੂੰ ਕੀ ਜਵਾਬ ਦਈਏ? ਪਰ ਪਾਪਾ ਕਹਿਣ ਲੱਗੇ ਕਿ ਤੁਸੀਂ ਜਾ ਕੇ ਕਹਿ ਦਿਓ ਕਿ ਸਾਡੀ ਕੁੜੀ ਘਰ ਵਿੱਚ ਨਹੀਂ ਹੈ। ਮੰਮੀ ਨੇ ਕਿਹਾ ਕਿ ਇੱਦਾਂ ਤਾਂ ਸਾਡੀ ਬਹੁਤ ਬਦਨਾਮੀ ਹੋ ਜਾਵੇਗੀ। ਤੁਸੀਂ ਇੱਦਾਂ ਕਰੋ, ਤੁਸੀਂ ਬੈੱਡ 'ਤੇ ਲੇਟ ਜਾਓ ਅਤੇ ਮੈਂ ਬਰਾਤੀਆਂ ਨੂੰ ਕਹਿ ਦਿੰਦੀ ਹਾਂ ਕਿ ਮੇਰੇ ਪਤੀ ਬਿਮਾਰ ਨੇ, ਇਸ ਕਰਕੇ ਜਿੰਨਾ ਟਾਈਮ ਉਹ ਠੀਕ ਨਹੀਂ ਹੋ ਜਾਂਦੇ ਅਸੀਂ ਕੁੜੀ ਨੂੰ ਆਪਣੇ ਘਰ ਤੋਂ ਵਿਦਾ ਨਹੀਂ ਕਰਾਂਗੇ। ਕੀ ਹੋਇਆ? ਪਾਪਾ ਕਮਰੇ ਵਿੱਚ ਪੈ ਗਏ ਅਤੇ ਮੰਮੀ ਨੇ ਬਰਾਤ ਵਿੱਚ ਆ ਕੇ ਉਹਨਾਂ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੇ ਤੋਂ ਮਾफ़ੀ ਮੰਗਣੀ ਚਾਹੁੰਦੀ ਹਾਂ ਕਿ ਮੇਰੇ ਪਤੀ ਦੀ ਸਿਹਤ ਇੱਕਦਮ ਵਿਗੜ ਗਈ ਹੈ
ਅਤੇ ਸਾਨੂੰ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਵੇਗਾ। ਇਸ ਹਾਲਤ ਵਿੱਚ ਅਸੀਂ ਕੁੜੀ ਨੂੰ ਵਿਦਾ ਨਹੀਂ ਕਰ ਸਕਦੇ। ਤੁਸੀਂ ਅੱਜ ਵਾਪਸ ਚਲੇ ਜਾਓ। ਆਪਾਂ ਅਗਲੇ ਹਫ਼ਤੇ ਕੋਈ ਦਿਨ ਵੇਖ ਕੇ ਵਿਆਹ ਕਰ ਲਵਾਂਗੇ। ਬਰਾਤੀਆਂ ਵੱਲੋਂ ਘੁਸਰ-ਮੁਸਰ ਸ਼ੁਰੂ ਹੋ ਗਈ, ਪਰ ਰਾਹੁਲ ਅਤੇ ਉਸ ਦੀ ਦਾਦੀ ਨੇ ਸਾਡੀ ਗੱਲ ਨੂੰ ਕਬੂਲਦੇ ਹੋਏ ਕਿਹਾ ਕਿ ਚਲੋ ਅੱਜ ਤਾਂ ਅਸੀਂ ਚਲੇ ਜਾਂਦੇ ਹਾਂ, ਪਰ ਜਲਦੀ ਹੀ ਅਸੀਂ ਆਪਣੀ ਨੂੰਹ ਰਾਣੀ ਨੂੰ ਘਰ ਲੈ ਕੇ ਜਾਵਾਂਗੇ। ਬਰਾਤ ਵਾਪਸ ਚਲੀ ਗਈ, ਪਰ ਅਸੀਂ ਤਿੰਨੋਂ ਬਹੁਤ ਹੈਰਾਨ ਸੀ ਕਿ ਦੀਦੀ ਇੱਦਾਂ ਬਿਨਾਂ ਦੱਸੇ ਘਰ ਛੱਡ ਕੇ ਆਖਰ ਕਿੱਥੇ ਚਲੀ ਗਈ। ਦੀਦੀ ਦੇ ਚਲੇ ਜਾਣ ਤੋਂ ਬਾਅਦ ਪਾਪਾ ਨੇ ਉਸ ਦਾ ਸਾਰਾ ਸਮਾਨ ਉੱਪਰਲੇ ਕਮਰੇ ਵਿੱਚ ਰਖਵਾ ਕੇ ਉਸ ਨੂੰ ਜਿੰਦਰਾ ਲਾ ਦਿੱਤਾ। ਦੀਦੀ ਦੇ ਚਲੇ ਜਾਣ ਤੋਂ ਬਾਅਦ ਮੇਰੇ ਉੱਪਰ ਹੋਰ ਵੀ ਪਾਬੰਦੀਆਂ ਲੱਗ ਗਈਆਂ। ਪਾਪਾ ਮੇਰੇ ਤੇ ਖਿਜੇ ਰਹਿੰਦੇ ਅਤੇ ਮੈਨੂੰ ਘਰੋਂ ਬਾਹਰ ਨਾ ਨਿਕਲਣ ਦਿੰਦੇ। ਇੱਕ ਹਫ਼ਤਾ ਬੀਤਿਆ ਤਾਂ ਰਾਹੁਲ ਪਰਿਵਾਰ ਵੱਲੋਂ ਵਿਆਹ ਦਾ ਦਿਨ ਰੱਖਣ ਦੀ ਸੂਚਨਾ ਆਈ। ਉਹਨਾਂ ਨੂੰ ਟਾਲ ਮਟੋਲ ਕਰ ਦਿੱਤੀ। ਆਖਰ ਇਹ ਗੱਲ ਕਦੋਂ ਤੱਕ ਲੁਕੀ ਰਹਿੰਦੀ। ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਦੀਦੀ ਘਰ ਛੱਡ ਕੇ ਚਲੀ ਗਈ ਹੈ, ਤਾਂ ਰਾਹੁਲ ਦੀ ਦਾਦੀ ਕਹਿਣ ਲੱਗੀ, ਇੱਦਾਂ ਤਾਂ ਸਾਡੀ ਸਾਰੇ ਸ਼ਰੀਕੇ ਕਬੀਲੇ ਅਤੇ ਰਿਸ਼ਤੇਦਾਰੀ ਵਿੱਚ ਬਹੁਤ ਬੇਇੱਜ਼ਤੀ ਹੋਵੇਗੀ। ਤੁਸੀਂ ਆਪਣੀ ਛੋਟੀ ਕੁੜੀ ਦਾ ਰਿਸ਼ਤਾ ਰਾਹੁਲ ਨੂੰ ਕਰ ਦਿਓ। ਜਦੋਂ ਸ਼ਾਮ ਨੂੰ ਪਾਪਾ ਡਿਊਟੀ ਤੋਂ ਘਰ ਆਏ, ਮੰਮੀ ਨੇ ਉਹਨਾਂ ਨੂੰ ਦੱਸਿਆ ਕਿ ਰਾਹੁਲ ਅਤੇ ਉਸ ਦੀ ਦਾਦੀ ਆਪਣੇ ਘਰ ਆਏ ਹਨ ਅਤੇ ਉਹ ਇਹ ਗੱਲ ਕਹਿ ਕੇ ਚਲੇ ਗਏ ਹਨ ਕਿ ਰੋਸ਼ਨੀ ਦਾ ਰਿਸ਼ਤਾ ਰਾਹੁਲ ਨੂੰ ਕਰ ਦਿਓ। ਇਹ ਗੱਲ ਸੁਣ ਕੇ ਪਾਪਾ ਆਪੇ ਤੋਂ ਬਾਹਰ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਇਹ ਗੱਲ ਉਹ ਭੁੱਲ ਜਾਣ ਕਿ ਮੈਂ ਆਪਣੀ ਰੋਸ਼ਨੀ ਦਾ ਰਿਸ਼ਤਾ ਉਸ ਦੇ ਘਰ ਕਰਾਂਗਾ। ਅਸੀਂ ਮਾਵਾਂ ਧੀਆਂ ਪਾਪਾ ਦੇ ਇਸ ਤਰ੍ਹਾਂ ਗੁੱਸੇ ਹੋਣ ਤੋਂ ਹੈਰਾਨ ਹੋਈਆਂ ਕਿ ਪਾਪਾ ਨੇ ਖੁਦ ਹੀ ਉਹ ਰਿਸ਼ਤਾ ਪਸੰਦ ਕੀਤਾ ਸੀ, ਪਰ ਹੁਣ ਪਾਪਾ ਇਹ ਕਿਉਂ ਕਹਿ ਰਹੇ ਨੇ। ਮੰਮੀ ਨੇ ਇਹ ਗੱਲ ਪੁੱਛੀ ਤਾਂ ਜਦੋਂ ਮੰਮੀ ਨੇ ਇਹ ਗੱਲ ਕਹੀ ਤਾਂ ਪਾਪਾ ਚੁੱਪਚਾਪ ਉੱਠ ਕੇ ਕਮਰੇ ਵਿੱਚ ਚਲੇ ਗਏ। ਇੱਕ ਹਫ਼ਤਾ ਹੋਰ ਲੰਘ ਗਿਆ ਅਤੇ ਰਾਹੁਲ ਅਤੇ ਉਸ ਦੀ ਦਾਦੀ ਦਾ ਫਿਰ ਸੁਨੇਹਾ ਆਇਆ ਰਿਸ਼ਤੇ ਬਾਰੇ। ਪਾਪਾ ਨੇ ਉਹਨਾਂ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਕਿ ਇਹ ਰਿਸ਼ਤਾ ਕਦੇ ਵੀ ਨਹੀਂ ਹੋਵੇਗਾ। ਇੱਕ ਦਿਨ ਮੈਂ ਤੇ ਮੰਮੀ ਆਪਣੇ ਕਮਰੇ ਵਿੱਚ ਸੁੱਤੀਆਂ ਪਈਆਂ ਸੀ। ਮੈਂ ਬਾਥਰੂਮ ਜਾਣ ਲਈ ਉੱਠੀ ਤਾਂ ਮੈਂ ਸਾਡੇ ਕਮਰੇ ਦੇ ਉੱਪਰਲੇ ਕਮਰੇ ਦੀ ਲਾਈਟ ਜਗਦੀ ਵੇਖੀ। ਮੈਂ ਚੁੱਪਚਾਪ ਪਾਪਾ ਦੇ ਕਮਰੇ ਵੱਲ ਗਈ ਅਤੇ ਵੇਖਿਆ ਕਿ ਪਾਪਾ ਆਪਣੇ ਕਮਰੇ ਵਿੱਚ ਨਹੀਂ ਸਨ। ਪਹਿਲਾਂ ਵੀ ਮੈਂ ਕਈ ਵਾਰ ਪਾਪਾ ਨੂੰ ਉੱਪਰਲੇ ਕਮਰੇ ਵਿੱਚੋਂ ਹੇਠਾਂ ਆਉਂਦੇ ਵੇਖਿਆ ਸੀ। ਜਦੋਂ ਵੀ ਪਾਪਾ ਉੱਪਰਲੇ ਕਮਰੇ ਵਿੱਚੋਂ ਹੇਠਾਂ ਆਉਂਦੇ ਤੇ ਮੈਂ ਉਹਨਾਂ ਨੂੰ ਵੇਖ ਲੈਂਦੀ ਤਾਂ ਉਹ ਘਬਰਾ ਜਾਂਦੇ। ਉਹਨਾਂ ਦੇ ਹੱਥ ਵਿੱਚ ਇੱਕ ਗਲਾਸ ਹੁੰਦਾ ਸੀ। ਦੂਸਰੇ ਦਿਨ ਸਵੇਰੇ ਮੈਂ ਇਹ ਗੱਲ ਮੰਮੀ ਨੂੰ ਦੱਸੀ। ਮੰਮੀ ਨੇ ਮੈਨੂੰ ਕਿਹਾ ਕਿ ਹਾਂ, ਮੈਂ ਵੀ ਕਈ ਵਾਰ ਤੇਰੇ ਪਾਪਾ ਨੂੰ ਉੱਪਰ ਕਮਰੇ ਵਿੱਚ ਜਾਂਦੇ ਦੇਖਿਆ ਹੈ। ਇਸ ਤੋਂ ਬਾਅਦ ਅਸੀਂ ਪਾਪਾ 'ਤੇ ਨਿਗਾਹ ਰੱਖਣ ਲੱਗੀਆਂ। ਇੱਕ ਦਿਨ ਰਾਤ ਦੇ 2 ਵਜੇ ਸਨ ਅਤੇ ਪਾਪਾ ਵਿਹੜੇ ਵਿੱਚ ਚੱਕਰ ਕੱਟ ਰਹੇ ਸਨ। ਅਸੀਂ ਮਾਵਾਂ ਧੀਆਂ ਚੁੱਪਚਾਪ ਉਹਨਾਂ ਨੂੰ ਖਿੜਕੀ ਵਿੱਚੋਂ ਵੇਖਦੀਆਂ ਰਹੀਆਂ। ਉਸ ਤੋਂ ਬਾਅਦ ਪਾਪਾ ਰਸੋਈ ਵਿੱਚ ਆਏ ਅਤੇ ਉਹਨਾਂ ਨੇ ਫਰਿੱਜ ਵਿੱਚੋਂ ਦੁੱਧ ਦਾ ਗਲਾਸ ਭਰਿਆ ਅਤੇ ਉੱਪਰ ਵਾਲੇ ਕਮਰੇ ਨੂੰ ਚਲੇ ਗਏ। ਪਾਪਾ ਗਲਾਸ ਲੈ ਕੇ ਉੱਪਰ ਗਏ ਤਾਂ ਅਸੀਂ ਮਾਵਾਂ ਧੀਆਂ ਉਹਨਾਂ ਦੇ ਪਿੱਛੇ ਚਲੀਆਂ ਗਈਆਂ। ਸਾਡੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਪਾਪਾ ਦੀਦੀ ਦੇ ਸਮਾਨ ਵਾਲੇ ਕਮਰੇ ਦਾ ਜਿੰਦਰਾ ਖੋਲ੍ਹ ਕੇ ਉਸ ਵਿੱਚ ਚਲੇ ਗਏ। ਅਸੀਂ ਵੀ ਪਾਪਾ ਦੇ ਪਿੱਛੇ ਕਮਰੇ ਵਿੱਚ ਗਈਆਂ। ਕਮਰੇ ਵਿੱਚ ਜਾ ਕੇ ਜਦੋਂ ਅਸੀਂ ਵੇਖਿਆ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਕਮਰੇ ਵਿੱਚ ਦੀਦੀ ਬੇਸੁੱਧ ਹਾਲਤ ਵਿੱਚ ਪਈ ਹੋਈ ਸੀ। ਪਾਪਾ ਦੁੱਧ ਦਾ ਗਲਾਸ ਲੈ ਕੇ ਉਸ ਨੂੰ ਪਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਕੋਲ ਜਾ ਕੇ ਖੜ ਗਈਆਂ ਤਾਂ ਪਾਪਾ ਸਾਨੂੰ ਵੇਖ ਕੇ ਘਬਰਾ ਗਏ ਅਤੇ ਦੁੱਧ ਦਾ ਗਲਾਸ ਉਹਨਾਂ ਦੇ ਹੱਥ ਵਿੱਚੋਂ ਛੁੱਟ ਗਿਆ। ਮੰਮੀ ਨੇ ਦੀਦੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਘੁੱਟ ਕੇ ਆਪਣੇ ਨਾਲ ਲਾਇਆ। ਇਹ ਕੀ ਹੈ ਪਾਪਾ? ਤੁਸੀਂ ਸਾਨੂੰ ਸੱਚਾਈ ਕਿਉਂ ਨਹੀਂ ਦੱਸੀ? ਦੀਦੀ ਨੂੰ ਇਸ ਕਮਰੇ ਵਿੱਚ ਕਿਸ ਨੇ ਬੰਦ ਕੀਤਾ? ਮੈਂ ਗੁੱਸੇ ਵਿੱਚ ਸਵਾਲ ਕਰ ਰਹੀ ਸੀ। ਪਾਪਾ ਨੇ ਇੱਕਦਮ ਰੋਣਾ ਸ਼ੁਰੂ ਕਰ ਦਿੱਤਾ। ਮੰਮੀ ਜਲਦੀ ਨਾਲ ਹੇਠਾਂ ਆਏ ਅਤੇ ਉਹ ਪਾਣੀ ਦਾ ਗਲਾਸ ਲੈ ਕੇ ਉੱਪਰ ਗਏ। ਅਸੀਂ ਦੀਦੀ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬਿਠਾ ਲਿਆ। ਤੁਸੀਂ ਸਾਰੇ ਮੈਨੂੰ ਮਾਫ਼ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਪਰ ਮੈਂ ਜੋ ਕੁਝ ਵੀ ਕੀਤਾ ਆਪਣੀ ਬੇਟੀਆਂ ਦੀ ਭਲਾਈ ਲਈ ਕੀਤਾ। ਪਾਪਾ ਰੋ ਰਹੇ ਸਨ ਤੇ ਬੋਲ ਰਹੇ ਸਨ। ਮੰਮੀ ਨੇ ਕਿਹਾ, ਆਖਰ ਇੰਨੀ ਵੱਡੀ ਗਲਤੀ ਤੁਸੀਂ ਸਾਡੇ ਤੋਂ ਕਿਉਂ ਲੁਕੋਈ? ਕੀ ਗੱਲ ਹੈ? ਸਾਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਕਿ ਇਸ ਘਰ ਵਿੱਚ ਕੀ ਹੋ ਰਿਹਾ ਹੈ।
ਪਾਪਾ ਨੇ ਬੋਲਣਾ ਸ਼ੁਰੂ ਕੀਤਾ, ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਮੇਰਾ ਵਿਆਹ ਨਹੀਂ ਸੀ ਹੋਇਆ, ਮੇਰੇ ਤੋਂ ਵੱਡੀ ਇੱਕ ਭੈਣ ਸੀ। ਜਦੋਂ ਅਸੀਂ ਉਸ ਦਾ ਵਿਆਹ ਰੱਖਿਆ ਤਾਂ ਉਹ ਸਾਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਉਸ ਦੀ ਇਸ ਗਲਤੀ ਕਰਕੇ ਮੈਂ ਆਪਣੀਆਂ ਧੀਆਂ ਨੂੰ ਹਰ ਸਮੇਂ ਨਜ਼ਰਬੰਦ ਰੱਖਦਾ ਸੀ ਕਿ ਕਿਤੇ ਇਹ ਵੀ ਉਹੋ ਜਿਹੀ ਗਲਤੀ ਨਾ ਕਰ ਦੇਣ। ਜਦੋਂ ਮੈਂ ਆਪਣੀ ਧੀ ਦਾ ਰਿਸ਼ਤਾ ਕੀਤਾ ਤਾਂ ਮੈਨੂੰ ਮੁੰਡਾ ਤੇ ਪਰਿਵਾਰ ਬਹੁਤ ਵਧੀਆ ਲੱਗਿਆ। ਜਦੋਂ ਬਾਰਾਤ ਆਈ ਤਾਂ ਮੈਂ ਵੇਖਿਆ ਕਿ ਮੁੰਡੇ ਦੀ ਮਾਂ ਹੋਰ ਕੋਈ ਨਹੀਂ, ਮੇਰੀ ਉਹ ਭੈਣ ਸੀ ਜੋ ਕਿਸੇ ਸਮੇਂ ਘਰ ਛੱਡ ਕੇ ਚਲੀ ਗਈ ਸੀ। ਉਸ ਹਿਸਾਬ ਨਾਲ ਮੈਂ ਆਪਣੀ ਬੇਟੀ ਦਾ ਰਿਸ਼ਤਾ ਇਸ ਦੀ ਭੂਆ ਦੇ ਮੁੰਡੇ ਨੂੰ ਕਿਵੇਂ ਕਰ ਸਕਦਾ ਸੀ। ਜਦੋਂ ਮੈਂ ਆਪਣੀ ਭੈਣ ਨੂੰ ਬਾਰਾਤ ਵਿੱਚ ਦੇਖਿਆ ਤਾਂ ਮੈਂ ਹੀ ਆਪਣੀ ਧੀ ਨੂੰ ਉੱਪਰ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਲਈ ਮੈਂ ਰੋਸ਼ਨੀ ਦਾ ਰਿਸ਼ਤਾ ਵੀ ਰਾਹੁਲ ਨੂੰ ਕਰਨ ਤੋਂ ਮਨਾ ਕਰ ਦਿੱਤਾ। ਮੈਨੂੰ ਉਸ ਸਮੇਂ ਕੁਝ ਨਹੀਂ ਸੁੱਝ ਰਿਹਾ ਸੀ ਤੇ ਜੋ ਮੈਨੂੰ ਠੀਕ ਲੱਗਾ ਮੈਂ ਉਹੀ ਕੀਤਾ। ਪਰ ਮੈਂ ਗਲਤੀ ਤਾਂ ਕੀਤੀ ਹੈ, ਹੁਣ ਮਰਜ਼ੀ ਤੁਹਾਡੀ ਹੈ। ਅਗਰ ਤੁਸੀਂ ਮੈਨੂੰ ਸਜ਼ਾ ਦੇਣਾ ਚਾਹੋ ਤਾਂ ਮੈਂ ਤਿਆਰ ਹਾਂ। ਮੈਂ ਇਹ ਗੱਲ ਤੁਹਾਡੇ ਤੋਂ ਲੁਕੋਈ ਇਸ ਕਰਕੇ ਮੈਂ ਤੁਹਾਡਾ ਦੋਸ਼ੀ ਹਾਂ। ਮੈਂ ਆਪਣੇ ਪਰਿਵਾਰ ਦੀ ਬਦਨਾਮੀ ਅਤੇ ਆਪਣੇ ਪਰਿਵਾਰ ਦੇ ਖਿੰਡ ਜਾਣ ਦੇ ਡਰ ਤੋਂ ਇਹ ਗਲਤੀ ਕੀਤੀ। ਜਦੋਂ ਦੀਦੀ ਨੂੰ ਕਾਫੀ ਸਮਾਂ ਸੁਰਤ ਨਾ ਆਈ ਤਾਂ ਅਸੀਂ ਦੀਦੀ ਨੂੰ ਹਸਪਤਾਲ ਲੈ ਗਏ ਅਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ। ਭਾਵੇਂ ਕਿ ਪਾਪਾ ਜੀ ਦਾ ਉੱਪਰਲਾ ਕਮਰੇ ਵਿੱਚ ਉਸ ਦਾ ਖਿਆਲ ਰੱਖਦੇ ਸੀ, ਪਰ ਇਕੱਲੇ ਰਹਿਣ ਕਰਕੇ ਉਹਨਾਂ ਨੂੰ ਮਾਨਸਿਕ ਸੱਟ ਲੱਗੀ ਸੀ। 2 ਦਿਨਾਂ ਬਾਅਦ ਦੀਦੀ ਠੀਕ ਹੋ ਗਏ। ਅਸੀਂ ਸਾਰੇ ਪਰਿਵਾਰ ਨੇ ਕਸਮ ਖਾਧੀ ਕਿ ਅੱਗੇ ਤੋਂ ਕੋਈ ਵੀ ਗੱਲ ਅਸੀਂ ਇੱਕ ਦੂਜੇ ਤੋਂ ਨਹੀਂ ਲੁਕਾਵਾਂਗੇ। ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰਿਸ਼ਤਿਆਂ ਵਿੱਚ ਕਿਸੇ ਇੱਕ ਦੀ ਗਲਤੀ ਕਰਕੇ ਆਉਣ ਵਾਲੀ ਪੀੜ੍ਹੀ ਦੇ ਬੱਚਿਆਂ 'ਤੇ ਸ਼ੱਕ ਨਾ ਕਰੋ। ਸ਼ੱਕ ਦੀ ਬਿਮਾਰੀ ਸਾਡੇ ਪਰਿਵਾਰ ਨੂੰ ਖਾ ਜਾਂਦੀ ਹੈ। ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।